ਨਾਰਾਜ਼ਗੀਆਂ ਕਹਿੰਦੇ ਤੁਹਾਡੇ ਪਾਪਾ ਦੀਆਂ ਉਹ ਤੁਸੀਂ ਦੂਰ ਕਰਦੇ ਹੋ ਜਾ ਕੇ, ਠੀਕ ਹੈ ਗੱਲ ਇਹ? ਹਜੇ ਤੱਕ ਮੈਨੂੰ ਕੋਈ ਐਵੇਂ ਜਿਹਾ ਨਹੀਂ ਟੱਕਰਿਆ ਜਿਹਨੇ ਕਿਹਾ ਹੋਵੇ ਕਿ ਮੈਨੂੰ ਵੇਖ ਕੇ ਬੂਹਾ ਬੰਦ ਕਰ ਲਿਆ ਹੋਵੇ। ਏਕਮ ਸਿਆਸਤ ਚਾਹੂਗੀ? ਮੈਂ ਕਦੇ ਆ ਸੋਚਿਆ ਨਹੀਂ ਕਿ ਮੈਂ ਪੋਲਿਟਿਕਸ ਚਾਹੁੰਦਾ। ਮੇਰਾ ਇੱਕ ਹੀ ਉਹ ਹੈ ਕਿ ਮੈਂ ਆਪਦੀ ਸੋਸਾਇਟੀ ਨੂੰ ਗਿਵ ਬੈਕ ਕਰਨਾ ਹੈ। ਮਾੜੀਆਂ ਕਿਹੜੀਆਂ ਚੀਜ਼ਾਂ ਲੱਗਦੀਆਂ ਪਾਪਾ ਨੂੰ? ਆਪਦੇ ਨੂੰ ਕਿਹੜੀ ਕਹਿੰਦੇ ਹੁੰਦੇ ਹੋ ਕਿ ਪਾਪਾ ਇਹ ਚੀਜ਼ਾਂ ਨਾ ਕਰਿਆ ਕਰੋ, ਬੈਡ ਇੰਪੈਕਟ ਜਾਂਦਾ? ਪਾਪਾ ਨੇ ਇਹੋ ਜਿਹਾ ਕਦੇ ਕੋਈ ਕੰਮ ਨਹੀਂ ਕੀਤਾ ਜਿਹੜਾ ਮੈਨੂੰ ਅੱਛਾ ਨਾ ਲੱਗੇ। ਵੜਿੰਗ ਹੁਣੀ ਇੰਨੇ ਕੌਨਫੀਡੈਂਸ ਦੇ ਨਾਲ ਪਹਿਲਾ ਇੰਟਰਵਿਊ ਦਿੱਤਾ ਸੀਗਾ ਜਾਂ ਇਸ ਤਰ੍ਹਾਂ ਇੰਟਰਵਿਊ ਦਿੱਤੇ ਸੀਗੇ ਤੁਸੀਂ ਜਿੰਨੇ ਕੌਨਫੀਡੈਂਸ ਦੇ ਵਿੱਚ ਤੁਹਾਡੀ ਬੇਟੀ ਇੰਟਰਵਿਊ ਦੇ ਰਹੀ ਹੈ? ਬਚਪਨ ਤੋਂ ਨਾ ਮੈਂ ਇਹਨੂੰ ਹਮੇਸ਼ਾ ਛੋਟੀਆਂ ਸਟੋਰੀਜ਼ ਆਪਦੇ ਫਾਦਰ ਦੀਆਂ, ਆਪਦੇ ਚਾਈਲਡਹੁੱਡ ਦੀਆਂ ਦੱਸਦੀ ਰਹਿੰਦੀ ਸੀ ਤੇ ਹਮੇਸ਼ਾ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਟ੍ਰੇਨਿੰਗ ਰੰਗ ਇੰਨੀ ਜਲਦੀ ਲਿਆਊਗੀ। ਮੈਨੂੰ ਯਾਦ ਹੈ ਕਿ ਇਹਦੀ ਜਿਹੜੀ ਮੈਂ ਪਹਿਲੀ ਰੀਡਿੰਗ ਬੁੱਕ ਲਿਆਂਦੀ ਸੀ, ਉਹ ਬੁੱਕ ਦਾ ਨਾਮ ਸੀ ਬੈਡ ਟਾਈਮ ਸਟੋਰੀਜ਼ ਫॉर ਰੈਬਲ ਗਰਲਸ। ਇਹ ਦੈਟ ਵਾਸ ਦਾ ਫਰਸਟ ਬੈਡ ਟਾਈਮ ਬੁੱਕ ਫॉर ਹਰ। ਉਹਦੇ ਵਿੱਚ ਨਾ ਸਾਰੀਆਂ ਬਾਇਓਗ੍ਰਾਫੀਜ਼ ਦੀਆਂ ਛੋਟੀਆਂ ਸਟੋਰੀ ਸੀ ਉਹਨਾਂ ਸਾਰੀਆਂ ਔਰਤਾਂ ਦੀਆਂ ਜਿਹਨੇ ਜ਼ਿੰਦਗੀ ਦੇ ਵਿੱਚ ਨਾਮ ਕਮਾਇਆ, ਕੁਝ ਵੱਡਾ ਕੀਤਾ। ਕਿਤਾਬ ਦਾ ਅਸਰ ਲੱਗ ਰਿਹਾ ਤੁਹਾਨੂੰ? ਉਸੇ ਬੁੱਕ ਦਾ ਅਸਰ ਲੱਗਦਾ? ਇਹਨੇ ਫਰਸਟ ਸਪੀਚ ਦਿੱਤੀ ਸੀ ਜਦੋਂ ਇਹ 8 ਸਾਲ ਦੀ ਹੋਈ ਸੀ ਤੇ ਕੋਈ ਅਬਾਊਟ 10,000 ਬੰਦੇ ਦਾ ਕਰਾਊਡ ਸੀ। ਲਾਸਟ ਇਲੈਕਸ਼ਨ? ਨਹੀਂ ਜੀ ਨਹੀਂ, 8 ਸਾਲ ਦੀ ਸੀ ਉਹ। ਦਿੱਲੀ ਇੱਕ ਪ੍ਰੋਗਰਾਮ ਹੋਇਆ ਸੀ, ਉਹਦੇ ਵਿੱਚ ਸੋਨੀਆ ਗਾਂਧੀ ਜੀ ਵੀ ਆਏ ਹੋਏ ਸੀ। ਮੈਨੂੰ ਅੱਜ ਤੱਕ ਯਾਦ ਹੈ, ਨਹੀਂ ਯਾਦ ਨਹੀਂ ਸੀ ਕੀਤੀ। ਰਾਜੇ ਨੇ ਇਹਨੂੰ ਚੱਲਣ ਤੋਂ ਮਤਲਬ ਸੁਬਾਹ ਇਹਨੂੰ ਦੱਸਿਆ ਕਿ ਬੇਟੇ ਆਹ ਲਾਈਨਸ ਬੋਲਣੀਆਂ ਤੇ ਬੋਲੋਗੇ? ਹਾਂਜੀ ਪਾਪਾ ਬੋਲੂੰਗੇ। ਐਂਡ ਮੈਂ ਇੰਨੀ ਹੈਰਾਨ ਸੀ ਕਿ ਜਦੋਂ ਇਹਨੇ ਇੰਨੇ ਵੱਡੇ ਕਰਾਊਡ ਦੇ ਸਾਹਮਣੇ ਉਹ ਸਪੀਚ ਬੋਲੀ। ਸਪੈਸ਼ਲ ਕਲਾਸਿਸ ਵੀ ਲਵਾਉਂਦੇ ਹੋ ਤੁਸੀਂ? ਇੰਨੀ ਮੈਚਿਓਰਟੀ ਵਾਲੀਆਂ ਗੱਲਾਂ, ਬੜੇ ਹਾਜ਼ਰ ਜਵਾਬ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ। ਮੈਨੂੰ ਲੱਗਦਾ ਅਗਲੇ ਇਲੈਕਸ਼ਨ 'ਚ ਅੱਗੇ ਨਿਕਲ ਜਾਣਾ ਇਹਨਾਂ ਨੇ। ਔਰ ਜਦੋਂ ਇਹਨਾਂ ਦੀ ਏਜ ਹੋ ਗਈ ਮੈਨੂੰ ਲੱਗਦਾ ਟਿਕਟ ਵੀ ਕਿਤੇ ਅਮਰਤਾ ਵੜਿੰਗ ਦੀ ਕੱਟ ਕੇ ਬੇਟੀ ਨੂੰ ਨਾ ਦੇ ਦਿੱਤੀ ਜਾਵੇ। 2022 ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ, ਜਿੱਥੇ ਕੈਂਡੀਡੇਟ ਪ੍ਰਚਾਰ ਕਰ ਰਹੇ ਹੈ ਔਰ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਪਰਿਵਾਰਾਂ ਦੇ ਸਿਰ ਤੇ ਵੀ ਹੈ। ਪਹਿਲਾਂ ਦੇਖਣ ਨੂੰ ਮਿਲਦਾ ਸੀ ਕਿ ਕਈ ਪੁਰਾਣੇ ਜੋ ਸਿਆਸੀ ਰਸੂਖ ਵਾਲੇ ਪਰਿਵਾਰ ਸੀ ਉਹੀ ਜਾਂ ਉਹਨਾਂ ਦੀ ਫੈਮਿਲੀ ਪ੍ਰਚਾਰ ਲਈ ਨਿਕਲਦੀ ਸੀ, ਪਰ ਇਸ ਵਾਰ ਦੇਖਣ ਨੂੰ ਮਿਲ ਰਿਹਾ ਕਿ ਬੱਚੇ ਵੀ ਪ੍ਰਚਾਰ ਵਾਸਤੇ ਨਿਕਲ ਰਹੇ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦਾ ਪਰਿਵਾਰ ਵੈਸੇ ਵੀ ਸੁਰਖੀਆਂ ਦੇ ਵਿੱਚ ਰਹਿੰਦਾ ਔਰ ਇਸ ਵਾਰ ਉਹਨਾਂ ਦੀ ਬੇਟੀ ਨੇ ਕਮਾਲ ਕੀਤਾ ਹੋਇਆ। ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੇ ਰਾਈਟ ਔਰ ਲੈਫਟ ਜੋ ਸੱਜੀਆਂ ਖੱਬੀਆਂ ਬਾਹਾਂ ਨੇ ਉਹ ਸਾਡੇ ਨਾਲ ਨੇ। ਸੱਜੀ ਬਾਂਹ ਬੇਟੀ ਹੈ ਔਰ ਖੱਬੀ ਬਾਂਹ ਅਸੀਂ ਬਿਠਾਈ ਹੈ ਅਮਰਤਾ ਵੜਿੰਗ ਹੁਣਾਂ ਨੂੰ ਬਿਠਾਇਆ ਨਾਲ। ਮੈਂ ਵੈਸੇ ਤਾਂ ਤੁਹਾਡੇ ਤੋਂ ਸ਼ੁਰੂਆਤ ਕਰਨੀ ਸੀ ਪਰ ਬੇਟੀ ਨੇ ਤੁਹਾਨੂੰ ਵੀ ਪਿੱਛੇ ਛੱਡ ਦਿੱਤਾ। ਮੈਂ ਸ਼ੁਰੂਆਤ ਪਹਿਲਾਂ ਇਹਨਾਂ ਤੋਂ ਕਰੂੰਗਾ। ਔਰ ਕਿਸ ਤਰ੍ਹਾਂ ਦੇਖਦੇ ਹੋ ਇਲੈਕਸ਼ਨ ਦੇ ਵਿੱਚ ਜਾ ਰਹੇ ਹੋ ਤੁਸੀਂ? ਕਿੰਨੀ ਉਮਰ ਕਿੰਨੀ ਹੈ ਤੁਹਾਡੀ? ਮੈਂ 15 ਸਾਲਾਂ ਦੀ ਹਾਂ, 9th ਗ੍ਰੇਡ 'ਚ ਪੜ੍ਹਦੀ ਹਾਂ ਅਤੇ ਮੈਨੂੰ ਆਪਦੇ ਲੋਕਾਂ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ। ਮੈਨੂੰ ਐਂ ਲੱਗਦਾ ਕਿ ਮੈਂ ਆਪਦੇ ਵੱਡੇ ਪਰਿਵਾਰ 'ਚ ਘੁੰਮ ਰਹੀ ਹਾਂ। ਸਾਡੀ ਬਹੁਤ ਛੋਟੀ ਫੈਮਿਲੀ ਹੈ ਪਰ ਜਦੋਂ ਮੈਂ ਗਿੱਦੜਬਾਹਾ ਆਉਣੀ ਹੈ ਜੁਆਇੰਟ ਫੈਮਿਲੀ ਲੱਗਦੀ ਹੈ ਕਿ ਜਿਵੇਂ ਮੇਰਾ ਵੱਡਾ ਪਰਿਵਾਰ ਹੈ। ਅਤੇ ਮੈਨੂੰ ਕਦੇ ਵੀ ਕਿਸੇ ਵੀ ਮਾਂ ਨੇ, ਕਿਸੇ ਵੀ ਭੈਣ ਨੇ, ਮੇਰੀ ਦਾਦੀ ਸਮਾਨ ਨੇ, ਮੇਰੀ ਨਾਨੀਆਂ ਸਮਾਨ ਨੇ, ਮੈਨੂੰ ਕਿਸੇ ਨੇ ਵੀ ਕਦੇ ਸਵਾਲ ਤਾਂ ਮੈਂ ਪੁੱਛਣੀ ਸੀ ਕਿ ਤੁਸੀਂ ਪਹਿਲਾਂ ਹੀ ਸ਼ੁਰੂ ਕਰਤਾ। ਨਹੀਂ ਮੈਂ ਤੁਹਾਨੂੰ ਵੈਸੇ ਤੁਸੀਂ ਮੈਨੂੰ ਪੁੱਛਿਆ ਮਾਹੌਲ ਕਿਹੋ ਜਿਹਾ ਲੱਗ ਰਿਹਾ ਹੈ। ਪਹਿਲਾਂ ਦਿਨ ਕਦੋਂ ਇਹ ਤੁਹਾਨੂੰ ਲੱਗਿਆ ਕਿ ਵੀ ਕੈਂਪੇਨਿੰਗ ਸ਼ੁਰੂ ਕਰਨੀ ਚਾਹੀਦੀ ਹੈ ਤੁਹਾਡੇ ਪਾਪਾ ਵਾਸਤੇ? ਦੇਖੋ ਜੀ, ਜਿਸ ਦਿਨ ਪਾਪਾ ਦੀ ਟਿਕਟ ਅਨਾਉਂਸ ਹੋਈ, ਪਹਿਲਾਂ ਤਾਂ ਮੰਮਾ ਪਾਪਾ ਤਾਂ ਪਹਿਲਾਂ ਤੋਂ ਹੀ ਕਰ ਰਹੇ ਨੇ, ਪਰ ਜਿਸ ਦਿਨ ਟਿਕਟ ਅਨਾਉਂਸ ਹੋਈ ਮੈਂ ਚਾਹੁੰਦੀ ਸੀ ਕਿ ਮੈਂ ਆ ਕੇ ਪਾਪਾ ਵਾਸਤੇ ਕੈਂਪੇਨ ਕਰਾਂ ਅਤੇ ਜਿੱਥੇ ਵੀ ਮੈਂ ਪਾਪਾ ਵਾਸਤੇ ਕੰਮ ਕਰ ਸਕਦੀ ਹਾਂ ਮੈਂ ਉੱਥੇ ਕਰਾਂ। ਕਿਵੇਂ ਦਾ ਪਿਆਰ ਮਿਲ ਰਿਹਾ? ਤੁਸੀਂ ਸਕੇਜੂਲ ਕੌਣ ਕਰਦਾ ਜੀ? ਸਕੇਜੂਲ ਮਤਲਬ ਕਿਸ ਤਰੀਕੇ ਨਾਲ ਕੈਂਪੇਨਿੰਗ ਜਾ ਰਹੇ ਹੋ ਤੁਸੀਂ? ਟਾਈਮਿੰਗ ਕਿਸ ਤਰੀਕੇ ਨਾਲ? ਸਾਡੀ ਇੱਕ ਟੀਮ ਹੈ ਜਿਹੜੀ ਸਕੇਜੂਲ ਕਰਦੀ ਹੈ। ਮੰਮਾ ਦੇ, ਪਾਪਾ ਦੇ, ਮੇਰੇ ਜਿਹੜੇ ਮਤਲਬ ਫੈਮਿਲੀ ਦੇ ਲੋਕ ਕੰਮ ਕਰ ਰਹੇ ਆ ਉਹਨਾਂ ਦੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਸਾਨੂੰ ਭੇਜਦੇ ਹੈ। ਉਹਦੇ ਮੁਤਾਬਿਕ ਕਿ ਕਿਵੇਂ ਟੀਮ ਦੇ ਅਕੋਰਡਿੰਗ ਜਾਣਾ ਅਸੀਂ ਚਾਹੁੰਦੇ ਹਾਂ। ਨਾਰਾਜ਼ਗੀਆਂ ਕਹਿੰਦੇ ਤੁਹਾਡੇ ਪਾਪਾ ਦੀਆਂ ਉਹ ਤੁਸੀਂ ਦੂਰ ਕਰਦੇ ਹੋ ਜਾ ਕੇ, ਠੀਕ ਹੈ ਗੱਲ ਇਹ? ਦੇਖੋ ਜੀ, ਨਾਰਾਜ਼ ਤਾਂ ਲੋਕੀ ਬਹੁਤ ਘੱਟ ਹੁੰਦੇ ਹੀ ਨਹੀਂ ਨੇ। ਜੇ ਕੋਈ ਕਿਸੇ ਨੂੰ ਗਿਲਾ ਸ਼ਿਕਵਾ ਕੋਈ ਹੋਵੇ ਵੀ, ਉਹਨਾਂ ਨੇ ਅੱਜ ਤੱਕ ਮੈਨੂੰ ਕਦੇ ਕਿਸੇ ਨੇ ਕੁਛ ਨਹੀਂ ਕਿਹਾ। ਉਹ ਕਹਿੰਦੇ ਤੂੰ ਸਾਡੀਆਂ ਧੀਆਂ ਵਰਗੀਆਂ, ਸਾਡੀਆਂ ਪੋਤੀਆਂ ਵਰਗੀਆਂ ਅਤੇ ਅਸੀਂ ਤੈਨੂੰ ਕੁਛ ਨਹੀਂ ਕਹਿਣਾ। ਜੇ ਸਾਡਾ ਕੋਈ ਕੰਮ ਨਹੀਂ ਹੋਇਆ ਉਹ ਇਲੈਕਸ਼ਨਾਂ ਤੋਂ ਬਾਅਦ ਤੁਹਾਨੂੰ ਜਿਤਾ ਕੇ ਅਸੀਂ ਫੇਰ ਕਰਾਵਾਂਗੇ। ਅਤੇ ਹਜੇ ਤੱਕ ਮੈਨੂੰ ਕੋਈ ਐਵੇਂ ਜਿਹਾ ਨਹੀਂ ਟੱਕਰਿਆ ਜਿਹਨੇ ਕਿਹਾ ਹੋਵੇ ਕਿ ਮੈਨੂੰ ਵੇਖ ਕੇ ਬੂਹਾ ਬੰਦ ਕਰ ਲਿਆ ਹੋਵੇ। ਕਿਹੜੀ ਗੱਲ ਤੁਹਾਨੂੰ ਪਤਾ ਲੱਗੀ ਜਿਹੜੀ ਤੁਸੀਂ ਆਪਦੇ ਪਾਪਾ ਨੂੰ ਦੱਸੀ ਕਿ ਪਾਪਾ ਆਹ ਠੀਕ ਕਰੋ ਜਲਦੀ ਨਹੀਂ ਤਾਂ ਨੁਕਸਾਨ ਹੋ ਜਾਣਾ? ਦੇਖੋ ਜੀ, ਪਾਪਾ ਨੇ ਗਿੱਦੜਬਾਹਾ 'ਚ ਬਹੁਤ ਕੰਮ ਕੀਤਾ
ਤੇ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਬਹੁਤ ਵੱਡਾ ਮਸਲਾ ਹੋਵੇ ਤੇ ਪਾਪਾ ਨੇ ਆਲਰੇਡੀ ਸੁਲਝਾਇਆ ਨਾ ਹੋਵੇ। ਤੇ ਮੈਨੂੰ ਲੱਗਦਾ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ਮੈਂ ਕਿਹਾ ਹੋਵੇ ਕਿ ਬਹੁਤ ਐਮਰਜੈਂਸੀ ਹੈ ਕਰਨਾ ਹੈ, ਪਰ ਜਿੰਨਾ ਕੁ ਹੋ ਸਕਦਾ ਹੁੰਦਾ ਹੈ, ਜਿੰਨਾ ਕੁ ਪਾਪਾ ਨੇ ਕੋਲ ਟਾਈਮ ਹੁੰਦਾ ਉਹਨਾਂ ਕੁ ਦੱਸ ਦਿੱਤਾ। ਅਮ੍ਰਿਤਾ ਵੜਿੰਗ ਹੁਣੀ ਇੰਨੇ ਕੌਨਫੀਡੈਂਸ ਦੇ ਨਾਲ ਪਹਿਲਾਂ ਇੰਟਰਵਿਊ ਦਿੱਤਾ ਸੀਗਾ ਜਾਂ ਇਸ ਤਰ੍ਹਾਂ ਇੰਟਰਵਿਊ ਦਿੱਤੇ ਸੀਗੇ ਤੁਸੀਂ ਜਿੰਨੇ ਕੌਨਫੀਡੈਂਸ ਦੇ ਵਿੱਚ ਤੁਹਾਡੀ ਬੇਟੀ ਇੰਟਰਵਿਊ ਦੇ ਰਹੀ ਹੈ ਜਾਂ ਸਪੀਚ ਕਰ ਰਹੀ ਹੈ? ਦੇਖੋ, ਇਹਨੂੰ ਵੇਖ ਕੇ ਮੈਨੂੰ ਆਪਦਾ ਬਚਪਨ ਯਾਦ ਆ ਜਾਂਦਾ ਹੈ। ਤੁਸੀਂ ਇੰਨੇ ਕੌਨਫੀਡੈਂਟ ਹੈਗੇ ਸੀ ਬਚਪਨ ਦੇ ਵਿੱਚ? ਕੌਨਫੀਡੈਂਟ ਸੀ। ਇੰਨੇ ਕੌਨਫੀਡੈਂਟ ਵੀ ਹੈਗੇ ਸੀ? ਦੇਖੋ ਪਤਾ ਕੀ ਹੈ, ਮੈਂ ਇਹ ਗੱਲ ਪਹਿਲਾਂ ਵੀ ਇੱਕ ਇੰਟਰਵਿਊ 'ਚ ਦੱਸੀ ਹੈ ਕਿ ਮੇਰੇ ਫਾਦਰ ਨੇ ਮੈਨੂੰ ਇੰਨਾ ਚੰਗਾ ਗਰੂਮ ਕੀਤਾ। ਖੈਰ ਉਹ ਬੜਾ ਸੈਂਸਿਟਿਵ ਟੌਪਿਕ ਹੈ, ਮੈਂ ਛੇੜਨਾ ਨਹੀਂ ਚਾਹੁੰਦੀ, ਪਰ ਬਚਪਨ 'ਚੋਂ ਇੰਨਾ ਜ਼ਿਆਦਾ ਗਰੂਮ ਕੀਤਾ ਕਿ ਸ਼ਾਇਦ ਲੋਕ ਆਪਦੇ ਮੁੰਡਿਆਂ ਨੂੰ ਵੀ ਨਹੀਂ ਕਰਦੇ। ਤੇ ਬਚਪਨ ਤੋਂ ਨਾ ਮੈਂ ਇਹਨੂੰ ਹਮੇਸ਼ਾ ਛੋਟੀਆਂ ਸਟੋਰੀਜ਼ ਆਪਦੇ ਫਾਦਰ ਦੀਆਂ, ਆਪਦੇ ਚਾਈਲਡਹੁੱਡ ਦੀਆਂ ਦੱਸਦੀ ਰਹਿੰਦੀ ਸੀ। ਤੇ ਹਮੇਸ਼ਾ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਟ੍ਰੇਨਿੰਗ ਰੰਗ ਇੰਨੀ ਜਲਦੀ ਲਿਆਊਗੀ। ਮੈਂ ਇਹਨੂੰ ਬਚਪਨ ਤੋਂ ਹਮੇਸ਼ਾ ਇਸ ਤਰ੍ਹਾਂ ਟ੍ਰੇਨ ਕੀਤਾ ਹੈ ਕਿ ਬੇਟੇ ਵੱਡੇ ਹੋ ਕੇ ਮਤਲਬ ਜਿਵੇਂ ਇੱਕ ਮਾਂ ਕਰ ਸਕਦੀ ਕਿਸੇ ਚੀਜ਼ 'ਚ ਪਿੱਛੇ ਨਹੀਂ, ਕੁੜੀਆਂ ਉਹ ਕਰ ਸਕਦੀਆਂ ਜੋ ਮੁੰਡੇ ਵੀ ਨਹੀਂ ਕਰ ਸਕਦੇ। ਮਤਲਬ ਹਮੇਸ਼ਾ ਮੈਂ ਇਹਨੂੰ ਜ਼ਿੰਦਗੀ 'ਚ ਕਦੀ ਨਾ ਫਿਕਸ਼ਨ ਨਹੀਂ ਪੜ੍ਹਾਈ, ਹਮੇਸ਼ਾ ਬਾਇਓਗ੍ਰਾਫੀਜ਼ ਪੜ੍ਹਾਈਆਂ। ਤੇ ਹਮੇਸ਼ਾ ਇਹਦੀਆਂ ਟੀਚਰਸ ਨੇ ਕਹਿਣਾ ਕਿ ਬੱਚੇ ਦੀ ਲੈਂਗੁਏਜ ਇੰਪਰੂਵ ਹੁੰਦੀ ਹੈ ਫਿਕਸ਼ਨ ਪੜ੍ਹਨ ਨਾਲ। ਤੇ ਮੈਂ ਬੜੀ ਕਲੀਅਰ ਸੀ, ਕੋਈ ਫਿਕਸ਼ਨ ਦੀ ਲੋੜ ਨਹੀਂ। ਜੋ ਰੀਅਲ ਮੈਨੂੰ ਯਾਦ ਹੈ ਕਿ ਇਹਦੀ ਜਿਹੜੀ ਮੈਂ ਪਹਿਲੀ ਰੀਡਿੰਗ ਬੁੱਕ ਲਿਆਂਦੀ ਸੀ, ਉਹ ਬੁੱਕ ਦਾ ਨਾਮ ਸੀ ਸਟੋਰੀਜ਼, ਵਾਟ ਵਾਸ ਦੈਟ ਇੱਕ ਹਾਂ, ਬੈਡ ਟਾਈਮ ਸਟੋਰੀਜ਼ ਫॉर ਰੈਬਲ ਗਰਲਸ। ਇਹ ਦੈਟ ਵਾਸ ਦਾ ਫਰਸਟ ਬੈਡ ਟਾਈਮ ਬੁੱਕ ਫॉर ਹਰ। ਉਹਦੇ ਵਿੱਚ ਨਾ ਸਾਰੀਆਂ ਬਾਇਓਗ੍ਰਾਫੀਜ਼ ਦੀਆਂ ਛੋਟੀਆਂ ਸਟੋਰੀ ਸੀ, ਉਹਨਾਂ ਸਾਰੀਆਂ ਔਰਤਾਂ ਦੀਆਂ ਜਿਹਨੇ ਜ਼ਿੰਦਗੀ ਦੇ ਵਿੱਚ ਨਾਮ ਕਮਾਇਆ, ਕੁਝ ਵੱਡਾ ਕੀਤਾ। ਸੋ ਹਮੇਸ਼ਾ ਬੱਚੀ ਨੂੰ ਮੈਂ ਇਸ ਤਰ੍ਹਾਂ ਮਤਲਬ ਕੋਸ਼ਿਸ਼ ਕੀਤੀ ਰਾਜੇ ਨੇ ਤੇ ਮੈਂ ਇਹਨੂੰ ਰੇਜ਼ ਕਰਨ ਦੀ, ਜਿਸ ਤਰ੍ਹਾਂ ਸ਼ਾਇਦ ਮੇਰੇ ਫਾਦਰ ਨੇ ਮੈਨੂੰ ਕੀਤਾ ਸੀ। ਇਸ ਕਿਤਾਬ ਦਾ ਅਸਰ ਲੱਗ ਰਿਹਾ ਤੁਹਾਨੂੰ? ਉਸੇ ਬੁੱਕ ਦਾ ਅਸਰ ਲੱਗਦਾ? ਦੇਖੋ ਇਹ ਕੁਛ ਤਾਂ ਇਹ ਮੇਰਾ ਬੱਚਾ ਮਤਲਬ ਅੱਛਾ ਹੈ, ਸ਼ੀ ਇਜ਼ ਅ ਗੁੱਡ ਗਰਲ, ਤੇ ਕੁਛ ਡੈਫੀਨੇਟਲੀ ਪੇਰੈਂਟਸ ਦੀ ਗਰੂਮਿੰਗ ਦਾ ਵੀ ਫਰਕ ਹੁੰਦਾ ਹੈ। ਪਰ ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਹੈ। ਮੈਂ ਤੁਹਾਨੂੰ ਦੱਸਾਂ, ਇਹਨੇ ਫਰਸਟ ਸਪੀਚ ਦਿੱਤੀ ਸੀ ਜਦੋਂ ਇਹ 8 ਸਾਲ ਦੀ ਹੋਈ ਸੀ, ਤੇ ਕੋਈ ਅਬਾਊਟ 10,000 ਬੰਦੇ ਦਾ ਕਰਾਊਡ ਸੀ। ਲਾਸਟ ਇਲੈਕਸ਼ਨ? ਨਹੀਂ ਜੀ ਨਹੀਂ, 8 ਸਾਲ ਦੀ ਸੀ ਉਹ। ਦਿੱਲੀ ਇੱਕ ਪ੍ਰੋਗਰਾਮ ਹੋਇਆ ਸੀ, ਉਹਦੇ ਵਿੱਚ ਸੋਨੀਆ ਗਾਂਧੀ ਜੀ ਵੀ ਆਏ ਹੋਏ ਸੀ। ਇਟ ਵਾਜ਼ ਮਤਲਬ ਬਹੁਤ ਵੱਡੀ ਮੀਟਿੰਗ ਸੀ ਉਹ। 10,000 ਯੂਥ ਆਇਆ ਹੋਇਆ ਸੀ ਫਰੋਮ ਆਲ ਓਵਰ ਇੰਡੀਆ। ਸੋਨੀਆ ਗਾਂਧੀ ਹੁਣਾਂ ਦੇ ਸਾਹਮਣੇ ਇਹਨਾਂ ਨੇ ਸਪੀਚ ਦਿੱਤੀ ਸੀ? ਪਹਿਲੀ ਸਪੀਚ ਇਹਨੇ ਦਿੱਤੀ ਸੀ 8 ਸਾਲ ਦੀ ਉਮਰ 'ਚ ਸੋਨੀਆ ਗਾਂਧੀ ਜੀ ਦੇ ਸਾਹਮਣੇ, ਤੇ ਸਾਰੇ ਇੰਡੀਆ ਤੋਂ ਯੂਥ ਆਇਆ ਹੋਇਆ ਸੀ, ਤੇ ਓਪਨਿੰਗ ਇਹਨੇ ਕੀਤੀ ਸੀ ਸਪੀਚ ਦੀ। ਮੈਨੂੰ ਅੱਜ ਤੱਕ ਯਾਦ ਹੈ, ਇਹਨੇ ਯਾਦ ਨਹੀਂ ਸੀ ਕੀਤੀ। ਰਾਜੇ ਨੇ ਇਹਨੂੰ ਚੱਲਣ ਤੋਂ ਮਤਲਬ ਸੁਬਾਹ ਇਹਨੂੰ ਦੱਸਿਆ ਕਿ ਬੇਟੇ ਆਹ ਲਾਈਨਸ ਬੋਲਣੀਆਂ ਤੇ ਬੋਲੋਗੇ? ਹਾਂਜੀ ਪਾਪਾ ਬੋਲੂੰਗੀ। ਐਂਡ ਮੈਂ ਇੰਨੀ ਹੈਰਾਨ ਸੀ ਕਿ ਜਦੋਂ ਇਹਨੇ ਇੰਨੇ ਵੱਡੇ ਕਰਾਊਡ ਦੇ ਸਾਹਮਣੇ ਉਹ ਸਪੀਚ ਬੋਲੀ। ਅੱਜ ਵੀ ਇਹਦੀਆਂ ਉਸ ਸਪੀਚ ਦੀਆਂ ਪਿਕਚਰਸ ਸਾਡੇ ਘਰੇ ਫਰੇਮ ਕੀਤੀਆਂ ਲੱਗੀਆਂ ਵੀ ਹੈ। ਆਈ ਐਮ ਪ੍ਰਾਊਡ ਆਫ ਹਰ ਐਕਚੁਅਲੀ। ਬੱਚਾ ਹੈ, ਪਰ ਮੈਂ ਫਿਰ ਵੀ ਇਹੀ ਚਾਹੂੰਗੀ ਕਿ ਹਜੇ ਨਾ ਆਪਣੀਆਂ ਸਟੱਡੀਜ਼ ਬੱਚਾ ਚੰਗੀ ਤਰ੍ਹਾਂ ਉਹਦੇ ਵੱਲ ਜ਼ਿਆਦਾ ਧਿਆਨ ਦੇਵੇ, ਫੋਕਸਡ ਰਵੇ। ਪਰ ਇਹ ਨਾ ਕਿ ਜਿਵੇਂ ਧੀਆਂ ਨੂੰ ਹੁੰਦਾ ਹੈ ਕਿ ਹਮੇਸ਼ਾ ਆਪਦੇ ਮਾਂ-ਬਾਪ ਲਈ ਖੜੇ ਹੋਣਾ, ਉਹਨਾਂ ਲਈ ਕੁਝ ਕਰਨਾ, ਉਹਨਾਂ ਦੀ ਮਦਦ ਕਰਨੀ, ਆਪੇ ਤੋਂ ਬਾਹਰ ਹੋ ਕੇ ਮਦਦ ਕਰਨੀ, ਜਿਵੇਂ ਹਰ ਧੀ ਦੀ ਇੱਛਾ ਹੁੰਦੀ ਹੈ। ਮੈਨੂੰ ਲੱਗਦਾ ਉਹੀ ਧੀ ਇੱਛਾ ਏਕਮ ਦੀ ਹੈ। ਤੁਹਾਡਾ ਅਸਰ ਜ਼ਿਆਦਾ ਏਕਮ ਦੇ ਉੱਪਰ ਜਾਂ ਰਾਜਾ ਵੜਿੰਗ ਹੋਣਾ ਦਾ? ਦੋਨਾਂ ਦਾ ਹੀ ਹੈ, ਇਕੁਅਲੀ ਹੈ। ਬਿਕੋਜ਼ ਬੱਚੇ ਤਾਂ ਵੈਸੇ ਵੀ ਜਦਾਈ ਹੁੰਦੀ ਇੱਕ ਦੂਜੇ ਦੇ ਵਿੱਚ। ਮੈਨੂੰ ਲੱਗਦਾ ਕਿ ਕਿਹਦੀ ਸਪੀਚ ਧਾਕੜ ਹੁੰਦੀ, ਅੱਜ ਮੈਚ ਕੱਢ ਕੇ ਆਉਣੇ, ਉਹ ਕਹਿੰਦੇ ਹੋਣੇ ਨਹੀਂ ਅੱਜ ਦੇਖਿਓ ਮੈਚ ਕੱਢ ਕੇ ਆਉਣੇ। ਜਦਾਈ ਲਾ ਕੇ ਜਾਂਦੇ ਮੈਨੂੰ ਲੱਗਦਾ ਤੁਸੀਂ ਕਰੋ ਨਾ। ਵੀਰ ਮੈਂ ਤੁਹਾਨੂੰ ਸੱਚੀ ਦੱਸਾਂ, ਅਸੀਂ ਘਰੇ ਆ ਕੇ ਕਦੀ ਸਪੀਚ ਡਿਸਕਸ ਨਹੀਂ ਕੀਤੀ। ਨਾ ਮੈਨੂੰ ਕਦੀ ਰਾਜੇ ਨੇ ਆਖਿਆ, ਨਾ ਮੈਂ ਕਦੀ ਰਾਜੇ ਨੂੰ ਕਿਹਾ। ਮਤਲਬ ਜਿਵੇਂ ਕਦੀ ਕੁਛ ਉੱਚਾ ਨੀਵਾਂ ਵੀ ਬੋਲਿਆ ਜਾਂਦਾ ਹੈ ਜਾਂ ਫਿਰ ਕੁਛ ਵੀ ਹੁੰਦਾ ਹੈ, ਮਤਲਬ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਫੈਮਿਲੀ ਦੇ ਵਿੱਚ ਮੁੱਦੇ ਜ਼ਰੂਰ ਡਿਸਕਸ ਕਰੀਦੇ ਆ ਕਿ ਆਹ ਪੰਜਾਬ ਦਾ ਮਤਲਬ ਆਹ ਕੰਮ ਠੀਕ ਨਹੀਂ ਹੋ ਰਿਹਾ, ਜਾਂ ਆਹ ਹੋ ਗਿਆ, ਜਾਂ ਗਿੱਦੜ ਵਿੱਚ ਹੋਣ ਵਾਲਾ ਹੈ। ਉਹ ਗੱਲਾਂ ਕਰੀਦੀਆਂ। ਆਪਦੀਆਂ ਗੱਲਾਂ ਆ ਕੇ ਕਿ ਮੈਂ ਠੀਕ ਕੀਤਾ ਜਾਂ ਤੁਸੀਂ ਠੀਕ ਕੀਤਾ ਜਾਂ ਨਹੀਂ ਕੀਤਾ, ਕਦੀ ਨਹੀਂ। ਉਹਨੂੰ ਕੀ ਬਣਾਉਣਾ? ਏਕਮ ਸਿਆਸਤ ਚਾਹੂਗੀ? ਦੇਖੋ ਕਦੀ ਏਕਮ ਨੂੰ ਇਹ ਨਹੀਂ ਕਿਹਾ ਬੇਟੇ ਤੁਸੀਂ ਆਹ ਬਣਨਾ ਹੈ, ਇਹ ਬੱਚਾ ਡਿਸਾਈਡ ਕਰੂਗਾ ਆਪੇ। ਬੱਚੇ ਕਿੱਧਰ ਜਾਣਾ? ਮੇਰੇ ਮੰਮਾ ਪਾਪਾ ਨੇ ਮੈਨੂੰ ਸਿਰਫ ਇੱਕ ਚੀਜ਼ ਬਚਪਨ ਤੋਂ ਸਿਖਾਈ ਹੈ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਹੈ, ਪਾਪਾ ਨੂੰ ਇੱਡੀ ਵੱਡੀ ਪੋਜੀਸ਼ਨ ਦਿੱਤੀ ਹੈ, ਉਹਨਾਂ ਨੂੰ ਵਾਪਸ ਦੇਣਾ ਹੈ। ਮੈਂ ਨਹੀਂ ਕਦੇ ਸੋਚਿਆ ਕਿ ਮੈਂ ਪੋਲੀਟਿਕਸ 'ਚ ਆਉਣਾ ਹੈ। ਮੇਰਾ ਮੇਨ ਫੋਕਸ ਪਾਪਾ ਦੇ ਇਲੈਕਸ਼ਨਸ ਹੈ ਹੁਣ ਤਾਂ, ਪਰ ਮੈਂ ਕਦੇ ਸੋਚਿਆ ਨਹੀਂ ਕਿ ਮੈਂ ਪੋਲੀਟਿਕਸ 'ਚ ਆਉਣਾ ਹੈ। ਮੇਰਾ ਇੱਕ ਹੀ ਉਹ ਹੈ ਕਿ ਮੈਂ ਆਪਦੀ ਸੋਸਾਇਟੀ ਨੂੰ ਗਿਵ ਬੈਕ ਕਰਨਾ ਹੈ, ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦਾ। ਹੁਣ ਤੁਹਾਡੇ ਕੋਲ ਤਾਂ ਪਲੇਟਫਾਰਮ ਹੈ, ਤੁਹਾਡੇ ਫਾਦਰ ਦਾ ਬਹੁਤ ਵੱਡਾ ਨਾਮ ਹੈ, ਪਹਿਚਾਣ ਹੈ,
ਔਰ ਲੈ ਕੇ ਜਾਣ ਦੀ ਇੱਛਾ ਹੈਗੀ ਵੀ, ਜਾਂ ਦੋਸਤ ਮਿੱਤਰ ਕਹਿੰਦੇ ਹੋਣ ਕਿ ਏਕਮ ਤੇਰੇ ਤਾਂ ਫਾਦਰ ਮੰਤਰੀ ਨੇ, ਤੂੰ ਅੱਗੇ ਸਿਆਸਤ 'ਚ ਹੀ ਜਾਣਾ ਜਾਂ ਕੀ ਕਰਨਾ? ਦੇਖੋ ਜੀ, ਹਰ ਕੁੜੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਦੇ ਪਾਪਾ ਦਾ ਸਿਰ ਉੱਚਾ ਕਰੇ, ਤੇ ਮੇਰੀ ਵੀ ਸ਼ਾਇਦ ਉਹੀ ਇੱਛਾ ਹੈ ਕਿ ਜਿੱਥੇ ਮੈਂ ਪਾਪਾ ਦੀ ਇੱਜ਼ਤ ਉੱਚੀ ਕਰ ਸਕਦੀ ਹਾਂ, ਪਾਪਾ ਦਾ ਸਿਰ ਉੱਚਾ ਕਰ ਸਕਦੀ ਹਾਂ, ਮੈਂ ਕਦੇ ਵੀ ਨਹੀਂ ਵੇਖੂੰਗੀ ਕਿ ਮੇਰੇ ਪਾਪਾ ਦਾ ਸਿਰ ਨੀਵਾਂ ਹੋਵੇ। ਮੈਂ ਕਦੇ ਟੋਲਰੇਟ ਨਹੀਂ ਕਰ ਸਕਦੀ, ਤੇ ਜਿੱਥੇ ਵੀ ਮੈਂ ਕਰ ਸਕਦੀ ਹਾਂ ਆਪਦੇ ਪਾਪਾ ਦਾ ਰਿਸਪੈਕਟ ਵਧਾਉਣ ਵਾਸਤੇ, ਮੈਂ ਉੱਥੇ ਜੋ ਮਰਜ਼ੀ ਕਰ ਸਕਦੀ ਹਾਂ। ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਜਾਂ ਕਿਹੜੀਆਂ ਚੀਜ਼ਾਂ ਮਾੜੀਆਂ, ਕਿਹੜੀਆਂ ਚੀਜ਼ਾਂ ਲੱਗਦੀਆਂ ਪਾਪਾ ਨੂੰ, ਆਪਦੇ ਨੂੰ ਕਿਹੜੀ ਕਹਿੰਦੇ ਹੁੰਦੇ ਹੋ ਕਿ ਪਾਪਾ ਇਹ ਚੀਜ਼ਾਂ ਨਾ ਕਰਿਆ ਕਰੋ, ਬੈਡ ਇੰਪੈਕਟ ਜਾਂਦਾ? ਐਕਚੁਅਲੀ ਮੇਰੇ ਪਾਪਾ ਬਹੁਤ ਓਨੈਸਟ ਨੇ। ਉਹਨਾਂ ਨੇ ਅੱਜ ਤੱਕ ਕਦੇ ਹੀ ਇਜ਼ ਅ ਵੈਰੀ ਵੈਜੀਟੇਰੀਅਨ, ਅ ਪਿਓਰ ਵੈਜੀਟੇਰੀਅਨ। ਹੀ ਹੈਜ਼ ਨੈਵਰ ਟਰਾਈਡ ਐਲਕੋਹਲ। ਉਹਨਾਂ ਨੇ ਕਦੇ ਵੀ ਇਹੋ ਜਿਹਾ ਕੰਮ, ਦੇਖੋ ਜੀ ਹਰ ਬੰਦੇ ਦੀ ਪਰਸਨਲ ਓਪੀਨੀਅਨ ਹੁੰਦਾ ਹੈ, ਕੋਈ ਨਾਨ ਵੈਜ ਖਾ ਰਿਹਾ ਨਹੀਂ ਖਾ ਰਿਹਾ, ਪਰ ਮੈਨੂੰ ਐਂ ਲੱਗਦਾ ਹੈ ਕਿ ਕਿਸੇ ਜੀਵ ਨੂੰ ਮਾਰ ਕੇ ਆਪਦੇ ਸਵਾਦ ਵਾਸਤੇ ਖਾਣਾ, ਉਹ ਮੈਨੂੰ ਅੱਛਾ ਨਹੀਂ ਲੱਗਦਾ, ਠੀਕ ਹੈ। ਤੇ ਪਾਪਾ ਨੇ ਇਹੋ ਜਿਹਾ ਕਦੇ ਕੋਈ ਕੰਮ ਨਹੀਂ ਕੀਤਾ ਜਿਹੜਾ ਮੈਨੂੰ ਅੱਛਾ ਨਾ ਲੱਗੇ, ਤੇ ਸਾਨੂੰ ਕਿਸੇ ਨੂੰ ਵੀ ਅੱਛਾ ਨਾ ਲੱਗੇ, ਤੇ ਮੈਨੂੰ ਹਮੇਸ਼ਾ ਆਮ ਪ੍ਰਾਊਡ ਆਫ ਹਿਮ, ਤੇ ਮੈਂ ਕਦੇ ਕੋਈ ਕੰਮ ਇਹੋ ਜਿਹਾ ਨਹੀਂ ਕੀਤਾ ਪਾਪਾ ਨੇ ਜਿਹੜਾ ਮੈਨੂੰ ਅੱਛਾ ਨਾ ਲੱਗੇ। ਤੁਸੀਂ ਇਲੈਕਸ਼ਨ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਵਿਚਰਦੇ ਰਹੋਗੇ ਜਾਂ ਇਲੈਕਸ਼ਨ ਟਾਈਮ ਤੁਸੀਂ ਆਏ ਹੋ, ਇਲੈਕਸ਼ਨ ਤੋਂ ਪਹਿਲਾਂ ਵੀ ਜਾਂਦੇ ਰਹੇ ਹੋ ਲੋਕਾਂ ਦੇ ਵਿੱਚ? ਮੈਂ ਪਾਪਾ ਮੰਮਾ ਨਾਲ ਹਰ ਇਵੈਂਟ 'ਤੇ, ਜਿਵੇਂ ਰੈਲੀ ਹੋਈ ਜਾਂ ਕੁਛ ਵੀ ਹੁੰਦਾ ਹੈ, ਮੈਂ ਉੱਥੇ ਜਾਂਦੀ ਹਾਂ। ਮੰਮਾ ਪਾਪਾ ਆਪ ਹੀ ਲੈ ਕੇ ਜਾਂਦੇ ਹੈ ਕਿ ਤੁਸੀਂ ਵੇਖੋ, ਆਓ, ਨਾਲ ਆਓ, ਅਤੇ ਆਪਦੀ ਮਨ ਦੀ ਵੀ ਇੱਛਾ ਹੁੰਦੀ ਹੈ ਕਿ ਜੋ ਚੱਲ ਰਿਹਾ ਹੈ ਉਹ ਵੇਖਣਾ ਚਾਹੀਦਾ। ਘਰੇ ਬਹਿ ਕੇ ਇਕੱਲਾ ਆਪਦੀ ਚਾਰ ਦੀਵਾਰੀ ਦੇ ਅੰਦਰ ਜਿੱਥੇ ਕੁਝ ਸਿੱਖਣ ਨੂੰ ਘੱਟ ਮਿਲਦਾ ਹੈ, ਉੱਥੇ ਨਹੀਂ ਰਹਿਣਾ ਚਾਹੀਦਾ। ਕੀ ਕਰਨਾ ਹੁਣ, ਹੋਰ ਕੀ ਲੱਗਦਾ, ਕੀ ਸੋਚਿਆ ਹੈ, ਵਿਜ਼ਨ ਕੀ ਹੈ, ਜਾਂ ਤੁਸੀਂ ਕੀ ਕਹਿੰਦੇ ਹੋ ਆਪਣੇ ਪਾਪਾ ਨੂੰ ਕਿ ਆਹ ਚੀਜ਼ਾਂ ਗਿੱਦੜਬਾਈ ਲਈ ਹੋਣੀਆਂ ਚਾਹੀਦੀਆਂ? ਗਿੱਦੜਬਾਈ ਨੇ ਜਿੱਥੇ ਰਾਜਾ ਵੜਿੰਗ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ। ਦੇਖੋ ਜੀ, ਇੱਕ ਚੀਜ਼ ਹੈ ਜਿਹੜੀ ਮੈਂ ਚਾਹੁੰਦੀ ਹੈ ਕਿ ਹਰ ਬੰਦੇ, ਹਰ ਨੌਜਵਾਨ ਕੋਲੇ ਹੋਵੇ ਇੱਕ ਜੌਬ, ਠੀਕ ਹੈ। ਹਰ ਨੌਜਵਾਨ ਆਪਦੇ ਘਰ ਦੀ ਕਮਾਈ ਆਪ ਕਰੇ। ਸਰਕਾਰ ਐਵੇਂ ਜੀ ਕਦੇ ਨੌਬਤ ਹੀ ਨਾ ਆਵੇ ਕਿ ਸਰਕਾਰ ਪੈਸਾ ਵੰਡ ਰਹੀ ਹੈ। ਹਰ ਨੌਜਵਾਨ ਆਪਦੀ ਕਮਾਈ ਆਪ ਕਰਕੇ ਖਾਵੇ, ਹਰ ਕੁੜੀ, ਹਰ ਮੁੰਡਾ। ਮੈਂ ਜਿੱਦਣ, ਮੈਨੂੰ ਪਤਾ ਨਹੀਂ ਜੇ ਤੁਸੀਂ ਉਹ ਇੰਟਰਵਿਊ ਦੇਖੀ ਹੋਊਗੀ, ਪਾਪਾ ਦੀ ਇੱਕ ਕਲਿੱਪ ਚੱਲੀ ਸੀ ਜਿੱਥੇ ਇੱਕ ਬੱਸ ਡਰਾਈਵਰ ਕੁੜੀ ਸੀ ਅਤੇ ਉਹਨਾਂ ਨੂੰ ਰੱਖ ਨਹੀਂ ਸਕਦੇ ਸੀ, ਐਂਬੂਲੈਂਸ ਵਾਲੀ? ਨਹੀਂ ਜੀ, ਸ਼ੀ ਵਾਜ਼ ਅ ਬੱਸ ਡਰਾਈਵਰ ਫਰਮ ਹਰਿਆਣਾ ਜੀ। ਹਾਂਜੀ, ਹਰਿਆਣੇ ਦੀ ਕੁੜੀ ਸੀ। ਹਾਂਜੀ, ਆਫਿਸਰ ਇੱਕ ਫੀਮੇਲ ਹੋ ਕੇ ਵੀ ਇੱਕ ਔਰਤ ਦੀ ਸਪੋਰਟ ਨਹੀਂ ਕਰ ਰਹੇ ਸਨ। ਪਰ ਉਸ ਦਿਨ ਮੈਨੂੰ ਆਪਦੇ ਪਾਪਾ 'ਤੇ ਇੰਨਾ ਗਰਵ ਮਹਿਸੂਸ ਹੋਇਆ ਕਿ ਮੇਰੇ ਪਾਪਾ ਇੱਕ ਬਹੁਤ ਹੀ ਓਨੈਸਟ ਮੈਨ ਨੇ, ਅਤੇ ਜਿੱਥੇ ਉਹ ਕੁੜੀਆਂ ਵਾਸਤੇ ਖੜ੍ਹ ਸਕਦੇ ਹੈ, ਮੈਨੂੰ ਲੱਗਦਾ ਨਹੀਂ ਹੈ ਹੋਰ ਕੋਈ ਵੀ ਬੰਦਾ ਐਵੇਂ ਖੜ੍ਹ ਸਕਦਾ। ਬੱਸਾਂ 'ਤੇ ਕਾਰਵਾਈ ਕਰਦੇ ਸੀ ਤਾਂ ਕੀ ਮਹਿਸੂਸ ਹੁੰਦਾ ਸੀ? ਦੇਖੋ ਜੀ, ਕਿਤੇ ਵੀ ਪੰਜਾਬ ਵਿੱਚ ਕੋਈ ਵੀ ਕਿਸੇ ਵੀ ਕਿਸਮ ਦਾ ਘਪਲਾ ਚੱਲਦਾ ਹੋਵੇ, ਮੇਰੇ ਪਾਪਾ ਨੂੰ ਬਰਦਾਸ਼ਤ ਨਹੀਂ ਹੁੰਦਾ। ਉਹ ਚਾਹੁੰਦੇ ਹੈ ਕਿ ਪੰਜਾਬ ਉਵੇਂ ਸੋਨੇ ਦੀ ਚਿੜੀ ਵਾਪਸ ਉਹਨੂੰ ਕਿਹਾ ਜਾਵੇ ਜਿਵੇਂ ਪਹਿਲਾਂ ਹੁੰਦਾ ਸੀ। ਦੇਖਣਾ ਚਾਹੁੰਦੇ ਹੋ ਆਪਣੇ ਪਾਪਾ ਨੂੰ? ਇੱਛਾ ਹੁੰਦੀ ਹੈ ਹਰ ਕੁੜੀ ਦੀ, ਹਰ ਬੱਚੇ ਦੀ, ਆਪਦੇ ਪੇਰੈਂਟਸ ਨੂੰ ਲੈ ਕੇ, ਅਤੇ ਉਹ ਕਦੇ ਰੁਕਣੀ ਨਹੀਂ ਚਾਹੀਦੀ। ਇੱਕ ਮੈਨ ਨੂੰ ਹਮੇਸ਼ਾ ਅੰਬੀਸ਼ੀਅਸ ਹੋਣਾ ਚਾਹੀਦਾ ਹੈ। ਇੱਕ ਅੰਬੀਸ਼ਨ ਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ। ਹਰ ਚੀਜ਼ ਵੇਖ ਸਕਦੀ ਹਾਂ ਮੈਂ ਆਪਦੇ ਪਾਪਾ ਨੂੰ, ਅਤੇ ਮੈਂ ਚਾਹੁੰਦੀ ਹਾਂ ਕਿ ਪਾਪਾ ਬਹੁਤ ਤਰੱਕੀ ਕਰਨ। ਗਾਣੇ ਦੀ ਇੱਛਾ ਜ਼ਾਹਿਰ ਕੀਤੀ, ਉਹਨਾਂ ਨੇ ਗਾਣਾ ਵੀ ਸੁਣਾਤਾ। ਤੁਸੀਂ ਵੀ ਲਿਖਿਆ ਆਪਣੇ ਪਾਪਾ ਲਈ ਕੋਈ ਗਾਣਾ? ਜਿਵੇਂ ਮੰਮਾ ਨੇ ਕਿਹਾ, ਸਾਡੇ ਘਰੇ ਪਾਪਾ ਤੋਂ ਬਿਨਾਂ ਕੋਈ ਇੰਨਾ ਸੋਹਣਾ ਗਾਉਂਦਾ ਨਹੀਂ। ਨਹੀਂ, ਮੇਰੇ ਜ਼ਹਿਨ 'ਚ ਕੋਈ ਗਾਣਾ ਆਉਂਦਾ ਨਹੀਂ, ਪਰ ਪਾਪਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਅਤੇ ਮੈਂ ਪਾਪਾ ਨੂੰ ਉਸ ਤੋਂ ਵੀ ਵੱਧ ਪਿਆਰ ਕਰਦੀ ਹਾਂ। ਅਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਗਾਣਾ ਦਾ ਕੋਈ ਪਤਾ ਨਹੀਂ, ਪਰ ਮੇਰੇ ਅੱਖਾਂ ਭਰ ਆਈਆਂ ਜਦੋਂ ਮੈਂ ਉਹ ਗਾਣਾ ਪਾਪਾ ਨੂੰ, ਜਦੋਂ ਵੀ ਮੈਂ ਸੁਣਦੀ ਹਾਂ। ਮੇਰਾ ਇੱਕ ਛੋਟਾ ਜਿਹਾ ਹੋਰ ਸਵਾਲ ਹੈ। ਕੈਂਪੇਨਿੰਗ ਦੇ ਵਿੱਚ ਜਾ ਰਹੇ ਬੱਚੇ, ਕੁਝ ਸਪੈਸ਼ਲ ਕਲਾਸਿਸ ਵੀ ਲਵਾਉਂਦੇ ਹੋ ਤੁਸੀਂ? ਇੰਨੀ ਮੈਚਿਓਰਟੀ ਵਾਲੀਆਂ ਗੱਲਾਂ, ਬੜੇ ਹਾਜ਼ਰ ਜਵਾਬ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ। ਮੈਨੂੰ ਲੱਗਦਾ ਅਗਲੇ ਇਲੈਕਸ਼ਨ 'ਚ ਅੱਗੇ ਨਿਕਲ ਜਾਣਾ ਇਹਨਾਂ ਨੇ, ਔਰ ਜਦੋਂ ਇਹਨਾਂ ਦੀ ਏਜ ਹੋ ਗਈ, ਮੈਨੂੰ ਲੱਗਦਾ ਟਿਕਟ ਵੀ ਕਿਤੇ ਅਮਰਤਾ ਵੜਿੰਗ ਦੀ ਕੱਟ ਕੇ ਬੇਟੀ ਨੂੰ ਨਾ ਦੇ ਦਿੱਤੀ ਜਾਵੇ। ਇਦੋਂ ਖੁਸ਼ੀ ਦੀ ਗੱਲ ਇੱਕ ਮਾਂ ਵਾਸਤੇ ਕੀ ਹੋਊਗੀ? ਮਤਲਬ ਇਹ ਬੜੀ ਜ਼ਿੰਦਗੀ ਦੀ ਪ੍ਰਾਊਡ ਮੂਮੈਂਟ ਹੋਊਗੀ। ਮਤਲਬ ਤੁਹਾਡੀ ਗੱਲ ਸੁਣ ਕੇ ਮੈਨੂੰ ਬੜਾ ਚੰਗਾ ਲੱਗਿਆ। ਵੈਸੇ ਤਾਂ ਮੇਰਾ ਛੋਟਾ ਜਿਹਾ ਬੱਚਾ ਹੈ ਹਜੇ, ਇਹ ਜ਼ਿੰਦਗੀ ਦੀ ਦੌੜ 'ਚ ਇੰਨਾ ਅੱਗੇ ਨਹੀਂ ਜਾਣਾ ਚਾਹੀਦਾ। ਉਮਰ ਦੇ ਨਾਲ ਸਭ ਕੁਝ, ਇਹਨਾਂ ਦਾ ਬਚਪਨ ਮੈਂ ਇੰਜੋਏ ਕਰਨਾ ਚਾਹੁੰਦੀ ਹਾਂ। ਪਰ ਇਹ ਸਭ ਤੋਂ ਵੱਧ ਮਾਣ ਵਾਲੀ ਗੱਲ ਹੋਊਗੀ ਕਿ ਜੇ ਬੱਚਾ ਜ਼ਿੰਦਗੀ 'ਚ ਐਂ ਗਰੋ ਕਰੇ, ਇਹ ਡ੍ਰੀਮ ਕਮ ਟਰੂ ਹੋਊਗਾ ਮੇਰੇ ਵਾਸਤੇ। ਚਲੋ ਚੱਲਦੇ ਤੁਹਾਨੂੰ, ਔਰ ਇਲੈਕਸ਼ਨ ਤੁਹਾਡੀ ਕੈਂਪੇਨਿੰਗ ਜਿਹੜੀ ਹੈ ਇਹਨਾਂ ਦੇ ਨਾਲ ਸੌਖੀ ਹੋ ਗਈ, ਜਾਂ ਤੁਹਾਨੂੰ ਲੱਗਦਾ ਕਿ ਬੜਾ ਟਫ ਹੋ ਗਿਆ ਕੰਮ? ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ, ਜਾਂ ਇਹ ਤੁਹਾਡਾ ਧਿਆਨ ਰੱਖਦੇ ਹੁਣ? ਨਹੀਂ ਜੀ, ਬੱਚਿਆਂ ਦੇ ਇਸ ਫੀਲਡ ਵਿੱਚ ਆਉਣ ਨਾਲ ਡੈਫੀਨੇਟਲੀ ਚੀਜ਼ਾਂ ਬਹੁਤ ਈਜ਼ੀ ਕਰਤੀਆਂ ਮੇਰੀ ਬੇਟੀ ਨੇ। ਠੀਕ ਹੈ। ਸੋ ਇੱਕ ਹੋਰ ਛੋਟਾ ਜਿਹਾ ਸਵਾਲ ਆ ਮੇਰਾ, ਆਖਰੀ ਸਵਾਲ, ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ। ਕੈਂਪੇਨਿੰਗ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾ ਰਹੇ ਹੋ ਹੁਣ,
ਵਿਜ਼ਨ ਕੀ ਹੈ ਤੁਹਾਡਾ ਗਿੱਦੜਬਾਈ ਨੂੰ ਲੈ ਕੇ ਖਾਸ ਤੌਰ ਤੇ ਕਿਹੜੀਆਂ ਚੀਜ਼ਾਂ ਕਹਿੰਦੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜੇ ਤੁਸੀਂ ਕਹਿੰਦੇ ਹੋ ਭਾਈ ਜਿੱਤ ਜਾਓਗੇ ਤਾਂ ਆਹ ਕੰਮ ਪ੍ਰਾਇੋਰਟੀ ਤੇ ਕਰਨੇ ਪੈਣੇ ਆ ਤੁਹਾਨੂੰ? ਇੰਪਲੋਇਮੈਂਟ ਦੇ ਸੋਰਸਸ ਕ੍ਰੀਏਟ ਕਰਨੇ ਆ ਗਿੱਦੜਬਾਹਾ ਸਿਟੀ ਦੇ ਵਿੱਚ। ਦੇਖੋ ਅਨਇੰਪਲੋਇਮੈਂਟ ਅੱਜ ਆਪਣੇ ਕੰਟਰੀ ਦੀ ਸਭ ਤੋਂ ਵੱਡੀ ਦਿੱਕਤ ਹੈ, ਠੀਕ ਹੈ, ਔਰ ਗਿੱਦੜਬਾਹਾ ਦੀ ਵੀ। ਤਾਂ ਸਭ ਤੋਂ ਵੱਡੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਇੰਪਲੋਇਮੈਂਟ ਦੇ ਸੋਰਸਸ ਖੜੇ ਕੀਤੇ ਜਾਣ ਗਿੱਦੜਬਾਹਾ ਵਾਸਤੇ। ਜੀ ਥੈਂਕ ਯੂ। ਅੰਮ੍ਰਿਤਾ ਵੜਿੰਗ ਹੁਣੀ ਸਾਡੇ ਨਾਲ ਸਨ, ਏਕਮ ਵੜਿੰਗ ਰਾਜਾ ਵੜਿੰਗ ਹੁਣਾਂ ਦੀ ਬੇਟੀ ਸਾਡੇ ਨਾਲ ਸਨ ਔਰ ਕੈਂਪੇਨਿੰਗ ਚੱਲ ਰਹੀ ਹੈ ਰਾਜਾ ਵੜਿੰਗ ਹੁਣਾਂ ਦੀ। ਬੇਟੀ ਵੀ ਮੈਦਾਨ ਦੇ ਵਿੱਚ ਹੈ ਔਰ ਉਹਨਾਂ ਦਾ ਪੂਰਾ ਪਰਿਵਾਰ ਮੈਦਾਨ ਦੇ ਵਿੱਚ ਹੈ। ਸਵੇਰ ਤੋਂ ਸ਼ਾਮ ਤੱਕ ਇਸੇ ਤਰ੍ਹਾਂ ਹੀ ਪ੍ਰਚਾਰ ਚੱਲਦਾ ਉਹਨਾਂ ਦਾ ਔਰ ਇਹ ਵੀ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ, ਜਿੱਤ ਦਾ ਵੀ ਦਾਅਵਾ ਕਰ ਰਹੇ ਨੇ ਤੇ ਨਾਲ ਹੀ ਉਹ ਕਹਿ ਰਹੇ ਹੈ ਕਿ ਜੇ ਅਸੀਂ ਜਿੱਤਦੇ ਹਾਂ ਤਾਂ ਗਿੱਦੜਬਾਹੇ ਦੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਲੈ ਕੇ ਆਵਾਂਗੇ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਹੋਰ ਬਹੁਤ ਸਾਰੀਆਂ ਗੱਲਾਂ ਨੇ, ਹੋਰ ਵੀ ਲੋਕਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਰਹਾਂਗੇ। ਦੇਖਦੇ ਰਹੋ ਪ੍ਰੋ ਪੰਜਾਬ ਟੀਵੀ। ਮੈਨੂੰ ਤੇ ਮੇਰੇ ਕੈਮਰਾ ਪਰਸਨ ਵਿੱਕੀ ਨੂੰ ਦਿਓ ਇਜਾਜ਼ਤ। ਧੰਨਵਾਦ।